हेलो, हाँ जी, गुड मॉर्निंग बेटे। बेटे आज का जो टॉपिक है एक एप्लीकेशन है, एप्लीकेशन ऑफ श्रोडिंजर वेव इक्वेशन। और ਤੁਹਾਨੂੰ भी पता हैगा पार्टिकल इन 3 डायमेंशनल बॉक्स भी एक एप्लीकेशन सी श्रोडिंजर वेव इक्वेशन की। उसी तरह सिंपल हारमोनिक ऑसीलेटर भी एक तरह की एप्लीकेशन है श्रोडिंजर वेव इक्वेशन की। क्योंकि बेटे ਤੁਹਾਨੂੰ पता हैगा ਜਦੋਂ ਆਪਾਂ ਬੇਸਿਕ ਪੋਸਟੂਲੇਟਸ ਪੜ੍ਹੇ ਸੀ ਮੇਰੀ ਪਿਛਲੀ YouTube ਵੀਡੀਓ 'ਚ, ਮੈਂ ਤੁਹਾਨੂੰ ਇਹ ਮੈਂਸ਼ਨ ਕੀਤਾ ਸੀ ਕਿ ਨੈਚੁਰਲੀ ਸਾਈਨ ਵੇਵ ਬਣਦੀ ਹੈ ਅਤੇ ਨੈਚੁਰਲੀ ਜਦੋਂ ਸਾਈਨ ਵੇਵ ਬਣਦੀ ਹੈ ਤਾਂ ਹਾਰਮੋਨੀਸਿਟੀ ਜ਼ਰੂਰ ਕ੍ਰੀਏਟ ਹੁੰਦੀ ਹੈ, ਦੈਟ ਇਜ਼ ਸਿੰਪਲ ਹਾਰਮੋਨਿਕ ਨੇਚਰ। ਬੇਟੇ ਇਸ ਦੇ ਜੋ ਰਿਜ਼ਲਟਸ ਬਣਨਗੇ ਉਹਦੇ ਵਿੱਚ ਦੋ ਗੱਲਾਂ ਸਾਹਮਣੇ ਆਉਣਗੀਆਂ ਲੇਟਰ ਔਨ। ਇੱਕ ਤਾਂ ਹਾਰਮੋਨੀਸਿਟੀ ਕੀ ਹੈ ਅਤੇ ਇੱਕ ਨੋਨ ਹਾਰਮੋਨੀਸਿਟੀ ਕੀ ਹੈ। ਜਿਵੇਂ ਕਿ ਆਪਾਂ ਪਾਰਟੀਕਲ ਇਨ 3 ਡਾਇਮੈਂਸ਼ਨਲ ਬਾਕਸ ਦੇ ਵਿੱਚ ਇੱਕ ਬੜਾ ਅੱਛਾ ਕਨਸੈਪਟ ਕੱਢਿਆ ਸੀ ਡੀਜਨਰੇਸੀ ਦਾ ਅਤੇ ਨੋਨ ਡੀਜਨਰੇਸੀ ਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਨ੍ਹਾਂ ਦੇ ਐਨਰਜੀ ਲੈਵਲ ਸੇਮ ਸੀ ਉਹ ਡੀਜਨਰੇਟ ਐਨਰਜੀ ਲੈਵਲ ਸੀ, ਔਰ ਜਿਨ੍ਹਾਂ ਦੇ ਐਨਰਜੀ ਲੈਵਲ ਸੇਮ ਨਹੀਂ ਸੀ ਉਹ ਨੋਨ ਡੀਜਨਰੇਟ ਬੇਟੇ ਐਨਰਜੀ ਲੈਵਲਸ ਨੇ। ਉਸੇ ਤਰ੍ਹਾਂ ਇਹਦੇ ਵਿੱਚ ਆਪਾਂ ਹਾਰਮੋਨੀਸਿਟੀ ਅਤੇ ਨੋਨ ਹਾਰਮੋਨੀਸਿਟੀ ਬਾਰੇ ਜਾਂ ਅਨਹਾਰਮੋਨੀਸਿਟੀ ਬਾਰੇ ਜਾਂ ਨੋਨ ਹਾਰਮੋਨਿਕ ਬਿਹੇਵੀਅਰਸ ਬਾਰੇ ਵੀ ਪੜ੍ਹਾਂਗੇ। ਅਤੇ ਬੇਟੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਨੂੰ ਕੰਸੀਡਰ ਕਰਨ ਦੇ ਲਈ ਇੱਕ ਮੋਲੀਕਿਊਲ ਲੈਣਾ ਪਏਗਾ। ਯਾਦ ਰੱਖੋ ਸਿੰਪਲ ਹਾਰਮੋਨਿਕ ਔਸੀਲੇਟਰ ਐਟਮਸ 'ਤੇ ਡਿਪੈਂਡ ਨਹੀਂ ਕਰਦਾ, ਇਸ ਦੇ ਲਈ ਤੁਹਾਨੂੰ ਮੋਲੀਕਿਊਲ ਚਾਹੀਦਾ। ਮੋਸਟ ਪ੍ਰੋਬੇਬਲੀ ਡਾਈਐਟੋਮਿਕ ਮੋਲੀਕਿਊਲ ਹੋਵੇ, ਹੋਮੋਟੋਮਿਕ ਹੋਵੇ ਤਾਂ ਜ਼ਿਆਦਾ ਅੱਛਾ, ਦੋਨੋਂ ਐਟਮ ਅਗਰ ਸੇਮ ਹੋਣ, ਔਰ ਇੱਕ ਤਰ੍ਹਾਂ ਦਾ ਉਹ ਹਾਰਮੋਨਿਕ ਔਸੀਲੇਟਰ ਹੋਵੇ SHO। SHO ਮੀਨ ਸਿੰਪਲ ਹਾਰਮੋਨਿਕ ਔਸੀਲੇਟਰ। ਬੇਟੇ ਅਗਰ ਤੁਸੀਂ BSc ਜਾਂ +2 ਦੀ ਫਿਜ਼ਿਕਸ ਦੀ ਬੁੱਕ ਖੋਲ੍ਹੋ ਤਾਂ ਉਹਦੇ ਵਿੱਚ ਤੁਹਾਨੂੰ ਸਟੋਕਸ ਥਿਓਰਮ ਮਿਲੇਗੀ। ਇਸ ਨੇ ਵੀ ਸਟੋਕਸ ਥਿਓਰਮ ਦੇ ਬੇਸ ਤੇ ਹੁਕਸ ਲਾ ਲਗਾਇਆ ਹੈਗਾ। ਨੈਚੁਰਲੀ ਤੁਹਾਨੂੰ ਪਤਾ ਹੈਗਾ ਹੁਕਸ ਲਾ ਨੇ ਕੀ ਕਿਹਾ ਹੈਗਾ F = -kx। ਮਾਈਨਸ ਇਸ ਕਰਕੇ ਹੈ ਕਿਉਂਕਿ ਰਿਸਟੋਰਿੰਗ ਫੋਰਸ ਹੈ, ਅਟਰੈਕਟਿਵ ਫੋਰਸ ਹੈ। ਕਿਉਂਕਿ ਬੇਟੇ ਜਦੋਂ ਪੈਂਡੂਲਮ ਉੱਪਰ ਨੂੰ ਆਉਂਦਾ, ਜਿੰਨਾ ਉੱਪਰ ਨੂੰ ਜਾਂਦਾ ਉਨਾ ਤੇਜ਼ੀ ਦੇ ਨਾਲ ਨੀਚੇ ਨੂੰ ਆਉਂਦਾ, ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿੰਨੀ ਉੱਪਰ ਨੂੰ ਜਾਏਗਾ ਉਨੀ ਪੋਟੈਂਸ਼ੀਅਲ ਐਨਰਜੀ ਕਨਵਰਟ ਹੋਏਗੀ ਫਿਰ ਕਾਈਨੈਟਿਕ ਐਨਰਜੀ 'ਚ। ਅਤੇ ਬੇਟੇ ਇਸ ਨੇ ਇਕੁਏਸ਼ਨ ਨੰਬਰ 122 'ਤੇ ਦੇਖੋ ਪੋਟੈਂਸ਼ੀਅਲ ਕ੍ਰੀਏਟ ਕੀਤਾ ਅਤੇ FDX ਕਰਤਾ, ਔਰ ਲੋਅਰ ਲਿਮਿਟ 0 ਕਿਉਂਕਿ 0 ਤੋਂ ਸਟਾਰਟ ਹੋਏਗਾ ਓਰੀਜਨ ਤੋਂ ਜਿਹੜਾ ਉਹਦਾ ਇਕੁਲੀਬਰੀਅਮ ਹੈ, ਅਤੇ X ਐਕਸਿਸ ਤੱਕ ਜਾਏਗਾ। ਅਤੇ F ਦੀ ਵੈਲਿਊ ਉਸਨੇ KX -kx ਲਿਖਤੀ ਹੁਕਸ ਲਾ ਤੋਂ, ਔਰ ਨੈਚੁਰਲੀ ਮਾਈਨਸ ਮਾਈਨਸ ਪਲੱਸ ਹੋ ਗਿਆ ਅਤੇ ਕੌਂਸਟੈਂਟ ਬੇਟੇ ਇੰਟੈਗਰਲ ਤੋਂ ਬਾਹਰ ਹੋ ਗਿਆ। ਔਰ ਤੁਹਾਨੂੰ ਪਤਾ ਹੀ ਹੈਗਾ ਇੰਟੈਗਰਲ X dx ਦਾ xn+1/n+1 ਹੁੰਦਾ ਹੈ। ਤੋ ਅਗਰ n ਦੀ ਵੈਲਿਊ 1 ਹੈ, ਨੋ ਡਾਊਟ ਇਹਦੇ ਵਿੱਚ 122 ਨੰਬਰ ਇਕੁਏਸ਼ਨ ਦੇ ਵਿੱਚ 122 ਇਕੁਏਸ਼ਨ ਦੇ ਵਿੱਚ x ਦੀ ਵੈਲਿਊ ਬੇਟੇ 1 ਹੈ, ਅਤੇ ਨੈਚੁਰਲੀ ਇਕੁਏਸ਼ਨ ਬਣ ਗਈ ½kx²। ਬੇਟੇ ਇਹ ਤਾਂ ਇਕੁਏਸ਼ਨ ਹੈ। ਜੇ ਆਪਾਂ 10th ਦੀ ਮੈਥਸ ਦੀ ਬੁੱਕ ਦੇਖੀਏ ਉੱਥੇ ਫਾਰਮੂਲੇ ਲਿਖੇ ਹੋਏ ਨੇ ਹਾਈਪਰਬੋਲਾ ਦੇ, ਪੈਰਾਬੋਲਾ ਦੇ। ਫੋਰ ਐਗਜ਼ਾਮਪਲ ਅਗਰ ਮੇਰੇ ਕੋਲ ਕੋਈ ਇਕੁਏਸ਼ਨ x² + a² + y² + b² = 1 ਆਉਂਦੀ ਹੈ ਤਾਂ ਇੱਕ ਤਰ੍ਹਾਂ ਦਾ ਇਹ ਆਪਣਾ ਪੈਰਾਬੋਲਾ, ਅਗਰ ਮਾਈਨਸ 'ਚ ਆਉਂਦੀ ਹੈ ਤਾਂ ਹਾਈਪਰਬੋਲਾ। ਬੇਟੇ ਉਹਦੇ ਬਾਰੇ ਆਪਾਂ ਅਲੱਗ ਡਿਸਕਸ ਕਰਾਂਗੇ ਕਦੇ। ਅਤੇ ਨੈਚੁਰਲੀ ਜਿਹੜੀ ਇਹ ਇਕੁਏਸ਼ਨ ਬਣਦੀ ਹੈ ਇਹ ਇੱਕ ਪੈਰਾਬੋਲਾ ਦੀ ਬਣਦੀ ਹੈ। ਔਰ ਅਗਰ ਤੁਸੀਂ ਫਿਗਰ 12 ਦੇਖੋ, ਫਿਗਰ 12 ਦੇ ਵਿੱਚ ਇੱਕ ਤਰ੍ਹਾਂ ਦਾ ਪੈਰਾਬੋਲਾ ਬਣਿਆ ਹੋਇਆ। ਬੇਟੇ ਅਗਰ ਤੁਸੀਂ ਧਿਆਨ ਨਾਲ ਇਕੁਏਸ਼ਨ ਨੂੰ ਦੇਖੋ ਇਹ ਇੱਕ U ਸ਼ੇਪ ਕਰਵ ਹੈ। ਮੈਂ ਤੁਹਾਨੂੰ ਹੁਣੇ ਹੀ ਦੱਸ ਦਿੰਦਾ ਸਟਾਰਟਿੰਗ ਦੇ ਵਿੱਚ ਹੀ, ਜਿੰਨੀਆਂ ਵੇਵਸ ਇਸ U ਦੇ ਅੰਦਰ ਆਉਂਦੀਆਂ ਉਹ ਤਾਂ ਬੇਟੇ ਹਾਰਮੋਨਿਕ ਹੁੰਦੀਆਂ, ਅਤੇ ਜਿੰਨੀਆਂ ਬਾਹਰ ਜਾਂ ਬਾਉਂਡਰੀ ਤੋਂ ਟੱਚ ਕਰਕੇ ਬਾਹਰ ਨੂੰ ਜਾਂਦੀਆਂ ਉਹ ਨੋਨ ਹਾਰਮੋਨਿਕ ਜਾਂ ਅਨਹਾਰਮੋਨਿਕ ਹੁੰਦੀ ਹੈ। ਕਿਉਂਕਿ ਨੈਚੁਰਲੀ ਹਾਰਮੋਨਿਕ ਬਿਹੇਵੀਅਰ ਬਹੁਤ ਪ੍ਰਸਾਈਜ਼ ਹੁੰਦਾ
तो थोड़ा मिलता ਉਹਦੇ ਲਈ कुछ कंडीशनस लगानियां पैंदियां। इक्वेशन नंबर 123 देखो ਜਿਹਦੇ ਵਿੱਚ ਇਸਨੇ ਸਿੰਪਲ ਜਿਵੇਂ ਪੈਂਡੂਲਮ ਦਾ ਕੰਸੀਡਰ ਕਰਕੇ ਫ੍ਰੀਕੁਐਂਸੀ ਲਿਖੀ ਹੈ 1.2 ਪਾਈ k ਅਪੋਨ m ਅੰਡਰ ਰੂਟ। ਤੁਸੀਂ ਸਾਰੇ ਜਾਣਦੇ ਹੋ ਕਿ ਇਟ ਇਜ਼ ਇਨਵਰਸਲੀ ਪ੍ਰਪੋਰਸ਼ਨ ਟੂ ਦੀ ਸਕੁਅਰ ਰੂਟ ਆਫ ਮੋਲੀਕੂਲਰ ਮਾਸ। ਜਿੰਨਾ ਭਾਰੀ ਮੋਲੀਕਿਊਲ ਹੋਏਗਾ ਬੇਟੇ ਜਿਹੜਾ ਇਹ m ਹੈਗਾ ਇਹ ਇੱਕ ਮੋਲੀਕੂਲਰ ਮਾਸ ਦੇਖੋ ਕਿਉਂਕਿ ਇਹਦੇ ਵਿੱਚ ਤਾਂ ਮੋਲੀਕਿਊਲ ਹੈ ਤੇ ਐਟਮ ਦੋ ਐਟਮ ਨੇ ਤੇ ਮੋਲੀਕੂਲਰ ਮਾਸ ਕਿਵੇਂ ਕੱਢੋਗੇ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੈਗਾ ਜੇ m1 ਇੱਕ ਐਟਮ ਹੈ ਇੱਕ ਸਟਰਿੰਗ ਨਾਲ ਦੂਜਾ ਐਟਮ ਅਟੈਚ ਹੈ m2 ਤਾਂ m1 ਮਲਟੀਪਲਾਈ ਬਾਈ m2 ਡਿਵਾਈਡਡ ਬਾਈ m1 ਪਲੱਸ m2। ਇਸੇ ਕਰਕੇ ਇਕੁਏਸ਼ਨ ਨੰਬਰ 124 ਦੇ ਵਿੱਚ ਇਸਨੇ ਇਹ ਕੰਸੈਪਟ ਲਗਾਇਆ ਦੈਟ ਇਜ਼ ਦੀ ਕੰਸੈਪਟ ਆਫ ਰਿਡਿਊਸ ਮਾਸ। ਔਰ ਬੇਟੇ ਅਗਰ ਰਿਡਿਊਸ ਮਾਸ ਦਾ ਤੁਸੀਂ ਟੌਪਿਕ ਜਾਣੋ ਤਾਂ ਤੁਹਾਨੂੰ ਪਤਾ ਹੈ ਕਿ ਰਿਡਿਊਸ ਮਾਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੋਲੀਕਿਊਲਸ ਦੇ ਵਿੱਚ ਕਿਉਂਕਿ ਮੋਲੀਕਿਊਲ ਦੇ ਵਿੱਚ ਦੋ ਐਟਮ ਨੇ ਅਤੇ ਨੈਚੁਰਲੀ ਦੋਨੋਂ ਇਕੱਠੇ ਔਸੀਲੇਟ ਕਰ ਰਹੇ ਨੇ ਇਸ ਕਰਕੇ ਆਪਾਂ ਰਿਡਿਊਸ ਮਾਸ ਦਾ ਕੰਸੈਪਟ ਇਹਦੇ ਵਿੱਚ ਲਿੱਤਾ ਹੈਗਾ। ਅਤੇ ਇਕੁਏਸ਼ਨ ਨੰਬਰ 125 ਤੇ ਤੁਸੀਂ ਇਕੁਏਸ਼ਨ ਦੇਖੀ ਰਿਡਿਊਸ ਮਾਸ ਦੀ। ਹੁਣ ਇੱਕ ਚੀਜ਼ ਤਾਂ ਪਤਾ ਲੱਗ ਗਈ ਕਿ ਜੇ ਆਪਾਂ ਸ਼੍ਰੋਡਿੰਜਰ ਵੇਵ ਇਕੁਏਸ਼ਨ ਨੂੰ ਆਪਾਂ ਕਿਸੇ ਮੋਲੀਕਿਊਲ 'ਤੇ ਲਗਾਉਣਾ ਹੈਗਾ ਤਾਂ ਨੈਚੁਰਲੀ ਸਾਨੂੰ HψEψ ਦੀ ਫੋਰਮ 'ਚ ਕੰਸੀਡਰ ਕਰਨਾ ਪਏਗਾ। ਅਤੇ ਜਿਹੜਾ ਬੇਟਾ ਹੈਮਿਲਟੋਨੀਅਨ ਹੈ ਮੈਥੇਮੈਟੀਕਲ ਓਪਰੇਟਰ ਹੈ ਉਹ ਹੈਗਾ -h²/2m ਸੈਕਿੰਡ ਡੈਰੀਵੇਟਿਵ ਆਫ x ਪਲੱਸ ਹਾਫ kx²। ਬੇਟੇ ਇਹ ਹਾਫ kx² ਇੱਕ ਤਰ੍ਹਾਂ ਦਾ ਉਹੀ ਚੀਜ਼ ਹੈ ਜਿਹੜੀ ਤੁਸੀਂ ਹੁਣੇ ਹੁਕਸ ਲਾ ਤੋਂ ਕੰਸੀਡਰ ਕੀਤੀ ਸੀ ਇੰਟੈਗਰਲ ਕਰਕੇ। ਨੈਚੁਰਲੀ ਤੁਹਾਨੂੰ ਪਤਾ ਹੈ ਹੈਮਿਲਟੋਨੀਅਨ ਇੱਕ ਐਨਰਜੀ ਦਾ ਫਾਰਮ ਹੁੰਦਾ ਹੈ ਅਤੇ ਜਿਹੜੀ ਟੋਟਲ ਐਨਰਜੀ ਹੁੰਦੀ ਹੈ ਇਹ ਇੱਕ ਪੋਟੈਂਸ਼ੀਅਲ ਐਨਰਜੀ ਹੁੰਦੀ ਹੈ ਅਤੇ ਇੱਕ ਕੈਨੇਟਿਕ ਐਨਰਜੀ ਹੁੰਦੀ ਹੈ। ਜੇ ਆਪਾਂ ਦੇਖੀਏ ਹਾਫ kx² ਇੱਕ ਤਰ੍ਹਾਂ ਦੀ ਇਹ ਪੋਟੈਂਸ਼ੀਅਲ ਐਨਰਜੀ ਹੈ ਜਾਂ ਇਹ ਕਹਿ ਲਓ ਕਿ ਵਾਈਸ ਵਰਸਾ ਹੈ ਕਿਉਂਕਿ ਨੈਚੁਰਲੀ ਜਦੋਂ ਵੀ ਪੈਂਡੂਲਮ ਮੂਵ ਕਰਦਾ ਹੈ ਤਾਂ ਪੈਂਡੂਲਮ ਮਿਨੀਮਾ ਤੋਂ ਮੈਕਸੀਮਾ 'ਤੇ ਜਾਂਦਾ ਹੈ ਔਰ ਜਦੋਂ ਮੈਕਸੀਮਾ 'ਤੇ ਜਾਂਦਾ ਹੈ ਤਾਂ ਪੋਟੈਂਸ਼ੀਅਲ ਐਨਰਜੀ ਮੈਕਸੀਮਮ ਹੁੰਦੀ ਹੈ ਅਤੇ ਕਾਇਨੈਟਿਕ ਐਨਰਜੀ ਉੱਥੇ ਜ਼ੀਰੋ ਹੁੰਦੀ ਹੈ। ਔਰ ਜਦੋਂ ਇਹ ਵਾਪਸ ਆਉਂਦਾ ਹੈ ਤਾਂ ਬੇਟੇ ਉਹੀ ਪੋਟੈਂਸ਼ੀਅਲ ਐਨਰਜੀ ਕਨਵਰਟ ਹੋ ਜਾਂਦੀ ਹੈ ਕਾਇਨੈਟਿਕ ਐਨਰਜੀ ਦੇ ਵਿੱਚ। ਇਕੁਏਸ਼ਨ ਨੰਬਰ 126 ਇੱਕ ਤਰ੍ਹਾਂ ਦੀ ਸ਼੍ਰੋਡਿੰਜਰ ਵੇਵ ਇਕੁਏਸ਼ਨ ਹੈ ਫॉर ਏ ਸਿੰਪਲ ਹਾਰਮੋਨਿਕ ਔਸੀਲੇਟਰ ਵਨ ਡਾਇਮੈਂਸ਼ਨ Hψ=E ਕਿਉਂਕਿ ਜਿਹੜਾ ਇਹ ਬ੍ਰੈਕਟ ਹੈ ਇਹ ਇੱਕ ਹੈਮਿਲਟੋਨੀਅਨ ਦਾ ਫਾਰਮ ਹੈ ਜਾਂ ਹਰਮੀਸ਼ੀਅਨ ਦਾ ਫਾਰਮ ਹੈ। ਅਗਰ ਮੈਂ 126 ਨੰਬਰ ਇਕੁਏਸ਼ਨ ਨੂੰ ਦੇਖਾਂ ਤਾਂ ਉਸ ਦਾ ਜਿਹੜਾ ਇੱਕ ਸੋਲਿਊਸ਼ਨ ਹੈ 126 ਤਾਂ ਬੇਟੇ 127 ਇਹਦਾ ਇੱਕ ਜਿਵੇਂ ਆਨਸਰ ਪਹਿਲਾਂ ਲਿਖਿਆ ਅਤੇ ਕੁਐਸਚਨ ਕੀ ਹੈ 127 ਤਾਂ ਇਸ ਕਰਕੇ ਉਸਨੇ 127 ਇਕੁਏਸ਼ਨ ਲਿਖ ਦਿੱਤੀ ਕਿਉਂਕਿ 126 ਇਜ਼ ਦਾ ਸੋਲਿਊਸ਼ਨ ਆਫ 127। ਸੋ ਕਿਉਂਕਿ ਨੈਚੁਰਲੀ ਮੈਥੇਮੈਟਿਕਲੀ ਇਹ ਚੀਜ਼ਾਂ ਕੰਸੀਡਰ ਹੁੰਦੀਆਂ ਸੈਕਿੰਡ ਡੈਰੀਵੇਟਿਵ ਆਫ ψ/x² ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਈ ਤੋਂ ਐਨਰਜੀ ਥੋੜ੍ਹੀ ਜਿਹੀ ਅਲੱਗ ਹੋ ਜੇ ਕੈਨੇਟਿਕ ਐਨਰਜੀ ਪੋਟੈਂਸ਼ੀਅਲ ਐਨਰਜੀ ਸਾਡੀ ਅਲੱਗ ਹੋ ਜੇ ਅਤੇ ਵੇਰੀਏਬਲਸ ਆਪਣੀ ਜਗ੍ਹਾ 'ਤੇ ਚਲੇ ਜਾਣ। ਇਸੇ ਕਰਕੇ ਬੇਟੇ ਇਕੁਏਸ਼ਨ ਨੰਬਰ 127 'ਤੇ ਇਸ ਦਾ ਫਾਰਮੂਲਾ ਲਿਖਿਆ ਕਿਉਂਕਿ ਅਗਰ ਤੁਸੀਂ 127 ਆਈ ਰਿਪੀਟ ਅਗਰ ਤੁਸੀਂ ਇਸ ਦਾ ਸੋਲਿਊਸ਼ਨ ਲਿਖਦੇ ਹੋ ਤਾਂ ਉਹ 126 ਹੀ ਹੋਏਗਾ। ਤਾਂ ਇਸ ਕਰਕੇ ਇਸਨੇ ਇਕੁਏਸ਼ਨ ਨੂੰ ਲਿਖਿਆ ਵਿਚ ਕੈਨ ਬੀ ਮੈਥੇਮੈਟਿਕਲੀ ਰਿਟਨ ਐਜ਼ ਸੈਕਿੰਡ ਡੈਰੀਵੇਟਿਵ ਆਫ ψ/del(x²) 2m/h² E - ਹਾਫ kx²। ਅਗਰ ਤੁਸੀਂ ਹਾਫ kx² ਦੇਖੋ ਇੱਕ ਤਰ੍ਹਾਂ ਦਾ ਇਹ ਪੋਟੈਂਸ਼ੀਅਲ ਐਨਰਜੀ ਹੈ। ਹੁਣ ਸਾਰਿਆਂ ਨੂੰ ਪਤਾ ਹੈਗਾ ਕਿ ਆਪਾਂ ਇੱਥੇ ਔਸੀਲੇਟਰ ਲਿੱਤਾ ਅਤੇ ਔਸੀਲੇਟਰ ਦੇ ਵਿੱਚ ਇੱਕ ਫੋਰਸ ਕਾਂਸਟੈਂਟ ਹੁੰਦਾ ਜੋ ਡਿਪੈਂਡ ਕਰਦਾ ਹੈ ਕਿ ਕਿਸ ਧਾਗੇ ਨਾਲ ਬੋਲਸ ਨੂੰ ਬੰਨਿਆ ਹੈਗਾ। ਕੁਛ ਲੋਕ ਤਾਂ ਬੇਟੇ ਇਹਦੇ ਵਿੱਚ ਇਹ ਕਹਿ ਦਿੰਦੇ ਆ ਕਿ ਸਟਰੈਚਿੰਗ ਪੋਸੀਬਲ ਨਹੀਂ ਹੈ। ਜਿਹੜੀ ਲੈਂਥ ਹੈ ਮਤਲਬ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਦੇਖੋ ਅੱਗੇ ਜਾ ਕੇ ਇੱਕ ਕੰਸੈਪਟ ਆਏਗਾ ਰਿਜਿਡ ਰੋਟਰ ਦਾ।
ਤੇ ਸਿੰਪਲ ਹਾਰਮੋਨਿਕ ਓਸੀਲੇਟਰ ਤੇ ਰਿਜਿਡ ਰੋਟਰ ਦੇ ਵਿੱਚ ਕੀ ਫਰਕ ਹੈ? ਕਿਉਂਕਿ ਜਿਹੜਾ ਸਿੰਪਲ ਹਾਰਮੋਨਿਕ ਓਸੀਲੇਟਰ ਹੈ ਇਹਦੇ ਵਿੱਚ ਰਿਜਿਡਿਟੀ ਨਹੀਂ ਹੈਗੀ, ਕਿਉਂਕਿ ਬੋਲ ਇੱਕ ਐਟਮ ਦੂਸਰੇ ਐਟਮ ਨਾਲ ਬੰਨਿਆ ਹੈਗਾ ਸਪਰਿੰਗ ਦੇ ਨਾਲ ਜਾਂ ਧਾਗੇ ਨਾਲ ਸਟਰੈਚੇਬਲ ਦੇ ਨਾਲ, ਠੀਕ ਹੈ। ਅਗਰ ਉਹ ਖਿੱਚਾਂਗੇ ਤਾਂ ਉਹ ਐਕਸਟੈਂਡ ਹੋਏਗਾ, ਜਦ ਕਿ ਰਿਜਿਡ ਰੋਟਰ ਦੇ ਵਿੱਚ ਜਿਹੜੀ ਐਕਸਟੈਂਸ਼ਨ ਹੈ ਉਹ ਅਲਾਊਡ ਨਹੀਂ ਹੈ। ਇਸ ਕਰਕੇ ਬੇਟੇ ਇਸਨੇ ਕੇ ਦੀ ਵੈਲਿਊ m ਓਮੇਗਾ ਸਕੇਅਰ 127 ਇਕੁਏਸ਼ਨ 'ਚ ਪੁੱਟ ਕਰਤੀ ਅਤੇ ਇਕੁਏਸ਼ਨ ਨੰਬਰ 128 ਬਣ ਗਈ। ਜਦੋਂ ਬੇਟੇ ਇਸਨੇ 128 ਬਣ ਗਈ ਤਾਂ ਉਹਦੇ 'ਚ ਦੇਖਿਆ ਕਿ ਵੇਰੀਏਬਲਸ ਬਹੁਤ ਜ਼ਿਆਦਾ ਨੇ, ਕਿਉਂ ਨਾ ਆਪਾਂ ਇਸ ਨੂੰ ਐਸੀ ਫੋਰਮ 'ਚ ਲਿਖੀਏ ਜਿਸ ਨੂੰ ਆਪਾਂ ਇਰਰਿਡਿਊਸੀਬਲ ਜਾਂ ਸਿੰਪਲ ਫੋਰਮ 'ਚ ਕਹਿੰਦੇ ਹੈਗੇ ਆ। ਮੈਥੇਮੈਟਿਕਸ ਤੁਸੀਂ ਬੇਟੇ ਜਾਣਦੇ ਹੋ, ਜਦੋਂ ਕਿਸੇ ਦਾ ਆਪਾਂ ਡਿਵਾਈਡ ਕਰਦੇ ਆ ਔਰ ਕਿਸੇ ਰਿਪਰੈਜ਼ੈਂਟੇਸ਼ਨ ਨੂੰ ਔਰ ਉਹਦੀ ਵੈਲਿਊ 0 ਨਹੀਂ ਆਉਂਦੀ ਹੈ ਜਿੰਨਾ ਮਰਜ਼ੀ ਡਿਵਾਈਡ ਕਰਕੇ, ਤਦ ਉਹ ਇਰਰਿਡਿਊਸੀਬਲ ਰਿਪਰੈਜ਼ੈਂਟੇਸ਼ਨਸ ਹੁੰਦੀਆਂ। ਅਗਰ ਉਹ 0 ਆ ਜਾਵੇ ਤਾਂ ਰਿਡਿਊਸੀਬਲ ਰਿਪਰੈਜ਼ੈਂਟੇਸ਼ਨਸ ਹੁੰਦੀਆਂ। ਅਤੇ ਬੇਟੇ ਇਸਨੇ ਕੀ ਕੀਤਾ ਹੈਗਾ, ਕਈ ਤਰ੍ਹਾਂ ਦੀਆਂ ਵੇਰੀਏਬਲਸ ਨੇ ਇਹਦੇ ਵਿੱਚ। ਇਸਨੇ ਇੱਕ ਜ਼ੈਟਾ ਮੰਨ ਲਿਆ, ਇੱਕ ਲੈਮਡਾ ਮੰਨ ਲਿਆ, ਇਕੁਏਸ਼ਨ ਨੰਬਰ 129 ਔਰ ਇਕੁਏਸ਼ਨ ਨੰਬਰ 128 ਦੇ ਵਿੱਚ ਕੁਛ ਚੀਜ਼ਾਂ, ਕੁਛ ਵੇਰੀਏਬਲਸ, ਕਿਉਂਕਿ ਜਦੋਂ ਵੀ ਤੁਸੀਂ ਦੋ ਵੇਰੀਏਬਲਸ ਨੂੰ, ਦੋ ਕੌਂਸਟੈਂਟਸ ਨੂੰ ਮਲਟੀਪਲਾਈ ਕਰਦੇ ਆ, ਤੁਹਾਡੇ ਕੋਲ ਤੀਸਰਾ ਕੌਂਸਟੈਂਟ ਆਉਂਦਾ ਹੈ। ਇਸ ਕਰਕੇ ਬੈਟਰ ਕਿ ਇੰਨੇ ਸਾਰੇ ਕੌਂਸਟੈਂਟ ਨਿਕਲਣ ਨਾਲੋਂ ਤੁਸੀਂ ਇੱਕ ਕੌਂਸਟੈਂਟ ਲਿਖੋ। ਅਤੇ ਉਸਨੇ ਇਕੁਏਸ਼ਨ ਬਣਾਈ ਬੇਟੇ 130, ਜੋ ਕਿ ਬਹੁਤ ਈਜ਼ੀ ਹੈ ਲਰਨ ਕਰਨੀ, that is second derivative of psi with respect to zeta square, x square नहीं हैगा, zeta square है, प्लस lambda माइनस zeta square psi is equal to 0। बेटे ये इक्वेशन जिहड़ी 130th नंबर इक्वेशन है, ये एक तरह की इक्वेशन बन गई तुहाडी सिंपल हारमोनिक ऑसीलेटर। हाँ जी, अगर तुसी बेटे इक्वेशन नंबर 130 देखी सी तो तुहाडे कोल एक इक्वेशन बन गई सी। और हुण तुहानूं पता हैगा, अगर मैं एसिम्पटोटिक सोल्यूशनस देखा बेटे, एसिम्पटोटिक का मतलब की है कि आपां ये इन्वेस्टिगेट करना कि साई कद जैटा हो सके, जैटा इनफिनाइट कद हो सके, क्योंकि जदों जैटा इनफिनाइट हो जाता है तद लैमडा माइनस जैटा स्केयर, लैमडा जिहड़ा हैगा वो वैनिश हो जाता है, ख़त्म हो जाता है। लैमडा एक वेरिएबल है जो तुसी पिछली इक्वेशनस दे विच देखिया हैगा। मतलब की है कि जदों जैटा इनफिनाइट हो जाए तो लैमडा आपां बेटे उसनूं आपां नगलैक्ट कर देंगे। सो एसिम्पटोमैटिक दा एसिम्पटोटिक दा ये मतलब है मैथेमैटिक्स दे विच। हुण जदों बेटे इसनूं आपां इक्वेशन नूं नैचुरली लैमडा नूं आपां नगलैक्ट करता, साडे कोल बहुत ही सिंपल इक्वेशन बन गई 131। 131 बहुत ईजी है, बहुत ईजी टू लर्न है। सेकेंड डेरिवेटिव ऑफ साई विद रिस्पैक्ट टू जैटा स्केयर माइनस जैटा स्केयर साई इज इक्वल टू 0। अगर तुसी बेटे इसनूं इक्वेशन नूं देखो तो एक तरह का ये एक एक्सपोनेंशियल फंक्शन दे विच कंसीडर हो गया 132, क्योंकि नैचुरली जो वेव बनती है सब तो पहला स्टार्टिंग 0 तो होती है, फिर उपर नूं जाती है, फिर एक तरह का क्रैस्ट बनता है, फिर नीचे नूं आती है, फिर ट्रैफ बनता है, फिर नोड बनता है, फिर वेव बनती है। नैचुरली तुहानूं भी पता हैगा पॉजिटिव तो नैगेटिव तो आते ने, पर जो आप स्केयर कर देंगे वेव फंक्शन का तो नैगेटिव जोड़ा है वो पॉजिटिव हो जाता है। सिंपल हारमोनिक बिहेवियर भी इस तरह के ही हैगे ने, वो मैं तुहानूं अगे जाके लास्ट स्लाइड दिखावांगा, दसांगा कि किस तरह हारमोनिक ते नॉन हारमोनिक बिहेवियर शो हो रहा। सो इसने बेटे क्योंकि नैचुरली आपां नूं ये सोल्यूशन जरूरी तो नहीं हैगा कि आपां नूं वन वेरिएबल ते ही काम करना पवे, क्योंकि वेव जरूरी नहीं, जिवें आपां कैमिकल काइनैटिक्स विच कहंदे आ कि जरूरी नहीं है कि हर रिएक्शन सीधा होवे, सिंगल ऑर्डर रिएक्शन होवे, ठीक सिंपल होवे, ठीक है।
ਉਸੀ ਤਰ੍ਹਾਂ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਸਾਡੇ ਕੋਲ ਜਿਹੜੀਆਂ ਵੇਵਸ ਹੈਗੀਆਂ ਕਈ ਤਰ੍ਹਾਂ ਦੀਆਂ ਆਣੀਆਂ ਹੈਗੀਆਂ, ਕਈ ਤਰ੍ਹਾਂ ਦੀਆਂ, ਕਿਉਂਕਿ ਬਹੁਤ ਸਾਰੇ એનર્ਜੀ ਲੈਵਲਸ ਹੁੰਦੇ ਨੇ। ਤੁਹਾਨੂੰ ਵੀ ਪਤਾ ਹੈਗਾ એનર્ਜੀ ਲੈਵਲ 0 1 ਤੋਂ ਸ਼ੁਰੂ ਹੋ ਕੇ ਇਨਫਾਈਨਾਈਟ ਤੱਕ ਜਾਂਦੇ ਨੇ। ਤਾਂ ਨੈਚੁਰਲੀ ਉਸਨੇ ਇੱਕ ਤਰ੍ਹਾਂ ਦਾ ਹਰਮੀਸ਼ੀਅਨ ਲੈ ਲਿਆ। ਇਕੁਏਸ਼ਨ ਨੰਬਰ 132 ਨੂੰ ਅੱਗੇ ਜਾ ਕੇ ਫਰਦਰ ਡੈਰੀਵੇਟਿਵਸ ਦੇ ਵਿੱਚ ਪ੍ਰੂਵ ਕਰ ਦਿੱਤਾ ਅਤੇ 133 ਦੇ ਵਿੱਚ ਐਗਜ਼ੈਕਟ ਸੋਲਿਊਸ਼ਨ ਲਿਖਿਆ ਜੋ ਕਿ ਡਾਈਵਰਜੈਂਟ ਹੈ ਔਰ ਉਹ ਆਪਣਾ ਹੈਮਿਲਟੋਨੀਅਨ ਦੇ ਵਿੱਚ ਲਿਖਿਆ ਹੈਗਾ। ਬੇਟੇ ਅਗਰ ਤੁਸੀਂ ਡਿਟੇਲ ਦੇ ਵਿੱਚ ਹੈਮਿਲਟੋਨੀਅਨ ਬਾਰੇ ਜਾਣਨਾ ਚਾਹੁੰਦੇ ਹੋ, ਹੈਮਿਲਟੋਨੀਅਨ ਹਰਮੀਸ਼ੀਅਨ ਇਹ ਬਹੁਤ ਇੰਪੋਰਟੈਂਟ ਇੱਕ ਤਰ੍ਹਾਂ ਦੇ ਇਹ ਕਹਿ ਲਓ ਆਪਰੇਟਰਸ ਨੇ ਜੋ ਫਰਦਰ ਪੋਲੀਨੋਮੀਅਲਸ ਉੱਤੇ ਡਿਪੈਂਡ ਕਰਦੇ ਨੇ। ਤਾਂ ਈਰਾ ਐਨ ਲਵਾਈਨ ਦੀ ਬੁੱਕ ਦੇ ਵਿੱਚ ਇਹ ਬਹੁਤ ਅੱਛੀ ਤਰ੍ਹਾਂ ਐਕਸਪਲੇਨਡ ਕੀਤਾ ਗਿਆ ਹੈਗਾ। ਹਾਲਾਂਕਿ ਇਸ ਬੁੱਕ ਦੇ ਵਿੱਚ ਵੀ ਬਹੁਤ ਅੱਛੀ ਤਰ੍ਹਾਂ ਇਹਨਾਂ ਨੇ ਵੈਲਿਊਏਬਲ ਚੀਜ਼ਾਂ ਗੋ ਥਰੂ ਦਿੱਤੀਆਂ ਹੈਗੀਆਂ। ਹੁਣ ਦੇਖੋ ਨੈਚੁਰਲੀ ਜਦੋਂ ਸਾਡੇ ਕੋਲ ਇੱਕ ਹਰਮੀਸ਼ੀਅਨ ਓਪਰੇਟਰ ਦੇ ਵਿੱਚ ਜੋ ਕਿ ਫਰਦਰ ਪੋਲੀਨੋਮੀਅਲ 'ਤੇ ਡਿਪੈਂਡ ਹੈ, ਨਾਲ ਐਕਸਪੋਨੈਂਸ਼ੀਅਲ ਹੈ, ਅਤੇ ਬੇਟੇ ਆਪਣੇ ਕੋਲ ਇੱਕ ਤਰ੍ਹਾਂ ਦਾ ਇਹ ਫੈਕਟਰ ਕੰਸੀਡਰੇਸ਼ਨ ਹੋ ਗਿਆ ਔਰ 133 ਇਕੁਏਸ਼ਨ ਬਣ ਗਈ। ਹੁਣ ਬੇਟੇ ਜਦੋਂ ਜਿਵੇਂ ਆਪਾਂ ਬਾਇਨੋਮੀਅਲਸ ਲਿਖਦੇ ਆ ਜਾਂ ਟੇਲਰ ਸੀਰੀਜ਼ ਲਿਖਦੇ ਆ, ਜਦੋਂ ਆਪਾਂ ਇਕੁਏਸ਼ਨ ਨੰਬਰ 133 ਨੂੰ ਕੁਛ ਮੈਥੇਮੈਟੀਸ਼ੀਅਨਸ ਆਏ ਜਿਨ੍ਹਾਂ ਵਿੱਚੋਂ ਹਰਮਾਈਟ ਵਾਜ਼ ਵਨ ਆਫ ਦਾ ਫੇਮਸ ਫ੍ਰੈਂਚ ਮੈਥਮੈਟੀਸ਼ੀਅਨ, ਰਾਈਟ। ਅਤੇ ਇਹਨਾਂ ਨੇ ਜਦੋਂ ਇਸ ਦਾ ਸੋਲਿਊਸ਼ਨ ਲਿਖਿਆ ਤਾਂ ਇਕੁਏਸ਼ਨ ਲਿਖੀ 134 ਔਰ ਇਹ ਇੱਕ ਸੀਰੀਜ਼ ਆਫ ਇਕੁਏਸ਼ਨ ਬਣੀ ਜਿਵੇਂ ਟੇਲਰ ਸੀਰੀਜ਼ ਹੁੰਦੀ ਹੈ, ਤਾਂ ਕਿ ਅਸੀਂ ਅਲੱਗ-ਅਲੱਗ ਵੇਵਸ ਨੂੰ ਅਲੱਗ-ਅਲੱਗ ਸਾਡੀਆਂ ਵੇਵਸ, ਕਿਉਂਕਿ ਨੈਚੁਰਲੀ ਸਾਡੀਆਂ ਕਈ ਤਰ੍ਹਾਂ ਦੀਆਂ ਵੇਵਸ ਹੈਗੀਆਂ ਜਿਹੜੀਆਂ ਕਿ ਸਿੰਪਲ ਹਾਰਮੋਨਿਕ ਹੋ ਸਕਦੀਆਂ, ਕਿਉਂਕਿ ਇਹਨਾਂ ਦਾ ਐਂਗੂਲਰ ਵੈਲੋਸਿਟੀ ਵੀ ਡਿਪੈਂਡ ਕਰਦੀ ਹੈ ਅਤੇ ਫ੍ਰੀਕੁਐਂਸੀ ਵੀ ਬੇਟੇ ਕੰਸੀਡਰ ਹੁੰਦੀ ਹੈ। ਬੇਟੇ 133 ਇਕੁਏਸ਼ਨ 'ਤੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਹਰਮੀਸ਼ੀਅਨ ਪੋਲੀਨੋਮੀਅਲ ਬਣਿਆ। 134 135 ਦੇਖੋ ਇਹ ਇੱਕ ਸੀਰੀਜ਼ ਬਣ ਗਈ ਹੈਮਿਲਟੋਨੀਅਨ ਦੀ ਜਾਂ ਹਰਮੀਸ਼ੀਅਨ ਦੀ। ਬੇਟੇ ਮੈਂ ਫਿਰ ਤੁਹਾਨੂੰ ਕਹਿ ਦਿੰਦਾ, ਅਗਰ ਤੁਸੀਂ ਡਿਟੇਲ 'ਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਲੋਗਾਰੇ ਵੇਵ ਫੰਕਸ਼ਨ LAGUERRE ਲੋਗਾਰੇ ਪੋਲੀਨੋਮੀਅਲ ਗੂਗਲ 'ਤੇ ਸਰਚ ਕਰੋ ਅਤੇ ਤੁਹਾਨੂੰ ਪਤਾ ਲੱਗੇਗਾ ਹਰਮੀਸ਼ੀਅਨ ਪੋਲੀਨੋਮੀਅਲਸ 'ਤੇ ਡਿਪੈਂਡ ਕਰਦਾ ਹੈ। ਅਗਰ ਤੁਸੀਂ ਇਕੁਏਸ਼ਨ ਨੰਬਰ 136 ਦੇਖੋ, 137 ਦੇਖੋ, 138 ਦੇਖੋ, 139 ਦੇਖੋ, ਦਿਸ ਵਾਜ਼ ਦੀ ਮੈਥੇਮੈਟਿਕਸ that was solved by ਹਰਮਾਈਟ ਚਾਰਲਸ ਹਰਮਾਈਟ। ਬੇਟੇ ਇਹਨਾਂ ਨੇ ਅਲੱਗ-ਅਲੱਗ ਪੋਲੀਨੋਮੀਅਲਸ ਲਿੱਤੇ ਸੀ, ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਸਾਡੇ ਕੋਲ ਈਵਨ ਕੋਫੀਸ਼ੀਐਂਟ ਵੀ ਆਉਣਗੇ ਅਤੇ ਔਡ ਕੋਫੀਸ਼ੀਐਂਟ ਵੀ ਆਉਣਗੇ। ਨੈਚੁਰਲੀ 1 3 5 7 ਆਰਡਰ ਵਾਲੀ ਵੇਵ ਇੱਕ ਤਰ੍ਹਾਂ ਦੀ ਔਡ ਪੋਲੀਨੋਮੀਅਲਸ ਤੋਂ ਨਿਕਲਦੀ ਹੈ ਔਰ ਜਿਹੜੀ 2 4 6 ਈਵਨਸ ਨੰਬਰ ਤੋਂ ਨਿਕਲਦੀ ਆ ਉਹ ਈਵਨ ਪੋਲੀਨੋਮੀਅਲਸ ਹੁੰਦੇ ਨੇ। ਅਤੇ ਨੈਚੁਰਲੀ ਇਸਨੇ ਇਕੁਏਸ਼ਨ ਨੰਬਰ 138 ਅਤੇ 139 ਦੇ ਨਾਲ ਇੱਕ ਤਰ੍ਹਾਂ ਦੀ ਸੀਰੀਜ਼ ਮੈਂਸ਼ਨ ਕੀਤੀ ਹੈ ਔਰ ਇਹ ਦੱਸਿਆ ਹੈਗਾ ਕਿ ਜਿਹੜੀਆਂ ਵੇਵਸ ਹੁੰਦੀਆਂ, ਕਿਉਂਕਿ ਤੁਸੀਂ ਸਭ ਜਾਣਦੇ ਹੋ ਫਿਜ਼ਿਕਸ ਦੇ ਵਿੱਚੋਂ ਕਿ ਜਿਹੜੀਆਂ ਵੇਵਸ ਹੁੰਦੀਆਂ ਇਹ ਕੰਸਟਰਕਟਿਵ ਹੁੰਦੀਆਂ ਅਤੇ ਡਿਸਟਰਕਟਿਵ ਹੁੰਦੀਆਂ। ਇਹਦੇ ਵਿੱਚ ਇਸਨੇ ਕੰਸਟਰਕਟਿਵ ਬਿਹੇਵੀਅਰ ਕੰਸੀਡਰ ਕੀਤਾ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਪੋਲੀਨੋਮੀਅਲਸ ਨੇ ਬੇਟੇ ਇਹ ਐਡ ਹੋ ਜਾਂਦੇ ਨੇ ਆਪਸ 'ਚ ਅਤੇ ਇਸ ਕਰਕੇ ਵੇਵ ਮਜ਼ਬੂਤ ਵੀ ਬਣ ਜਾਂਦੀ ਹੈ। ਮਤਲਬ ਤੁਸੀਂ ਇਹ ਮੰਨ ਕੇ ਚੱਲੋ ਕਿ ਛੋਟੀਆਂ ਵੇਵਸ ਮਿਲ ਕੇ ਇੱਕ ਵੱਡੀ ਵੇਵ ਕ੍ਰੀਏਟ ਕਰ ਸਕਦੀ ਹੈ। ਹਾਂਜੀ ਬੇਟੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਹਰਮਾਈਟ ਨੇ ਇਸ ਇਕੁਏਸ਼ਨ ਨੂੰ ਫਰਦਰ ਸੀਰੀਜ਼ ਦੇ ਵਿੱਚ ਦੱਸਿਆ ਅਤੇ ਸੀਰੀਜ਼ ਆਪਾਂ ਈਵਨ ਸੀਰੀਜ਼ ਅਤੇ ਔਡ ਸੀਰੀਜ਼ ਬਾਰੇ ਜਾਣਦੇ ਹਾਂ। ਜ਼ਿਆਦਾਤਰ ਅਸੀਂ ਇਹਨਾਂ ਇਕੁਏਸ਼ਨਸ ਨੂੰ ਆਰਡਰਸ ਦੇ ਹਿਸਾਬ ਨਾਲ ਸੋਲਵ ਕਰਦੇ ਹਾਂ ਅਤੇ ਸੋਲਵ ਕਰਕੇ ਐਨਰਜੀ ਕੈਲਕੂਲੇਟ ਕਰਨ ਦੀ ਗੱਲ ਕਰਦੇ ਹਾਂ। ਦੇਖੋ ਇਸ ਨੇ ਸਾਫ਼ ਲਿਖਿਆ 142 ਇਕੁਏਸ਼ਨ ਦੇ ਨੀਚੇ, ਇਫ ਦੀ ਸੀਰੀਜ਼ ਇਜ਼ ਔਡ ਵਿਚ ਇਜ਼ ਨੋਟ ਅਸੈਪਟੇਬਲ। ਬੇਟੇ ਇੱਕ ਚੀਜ਼ ਮੈਂ ਤੁਹਾਨੂੰ ਕਹਿ ਦਿੰਦਾ ਕਿ ਕੁਛ ਕੰਡੀਸ਼ਨਾਂ ਅਸੀਂ ਲੈ ਕੇ ਚੱਲੇ, ਅਸੀਂ 2 4 6 8 ਈਵਨ ਸੀਰੀਜ਼ ਨੂੰ ਜ਼ਿਆਦਾ
ਕੰਸੀਡਰ ਕੀਤਾ ਐਜ਼ ਕੰਪੇਅਰ ਟੂ ਔਡ ਵਨ ਨੂੰ, ਕਿਉਂਕਿ ਇਹ ਮੰਨ ਕੇ ਚੱਲੇ ਸੀ ਕਿ ਜਿਹੜੀ ਔਡ ਥਿਊਰੀ ਨਾਲ ਬੇਟੇ ਪੋਲੀਨੋਮੀਅਲ ਸੋਲਵ ਹੋਏ, ਜੇ ਤੁਸੀਂ ਹਰਮੀਸ਼ੀਅਨ ਜਾਂ ਲਵਾਰੇ ਵੇਵ ਫੰਕਸ਼ਨ ਚੈੱਕ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੇ ਔਡ ਵਾਲੇ ਹੁੰਦੇ ਨੇ ਉਹ ਯੂ ਤੋਂ ਬਾਹਰ ਹੁੰਦੇ ਨੇ ਜ਼ਿਆਦਾ। ਉਹਨਾਂ ਦਾ ਬਿਹੇਵੀਅਰ, ਉਹਨਾਂ ਦੀ ਡਰਾਇੰਗ ਜਦੋਂ ਆਪਣੀ ਐਨਰਜੀ ਅਤੇ ਫਰੀਕੁਐਂਸੀ ਦੇ ਬੇਸ 'ਤੇ ਬਣਦੀ ਹੈ ਤਦ ਉਹ ਯੂ ਤੋਂ, ਜਿਹੜਾ ਯੂ ਹੁੰਦਾ ਹੈ ਉਸ ਤੋਂ ਬਾਹਰ ਹੁੰਦੇ ਨੇ, ਮਤਲਬ ਉਹ ਨੋਨ ਹਾਰਮੋਨਿਕ ਬਿਹੇਵੀਅਰ ਜ਼ਿਆਦਾ ਸ਼ੋ ਕਰਦੇ ਨੇ। ਔਰ ਇਹ ਵੀ ਦੇਖਣ ਨੂੰ ਮਿਲਿਆ ਕਿ ਜਿਹੜੇ ਈਵਨ ਪੋਲੀਨੋਮੀਅਲਸ ਨੇ ਜ਼ਿਆਦਾਤਰ ਅਲਟੀਮੇਟਲੀ ਯੂ ਦੇ ਵਿੱਚ ਰਹਿ ਜਾਂਦੇ ਨੇ। ਪਰ ਇਹਦੇ ਵਿੱਚ ਕੋਈ ਬੇਟੇ ਹਾਰਡ ਐਂਡ ਫਾਸਟ ਰੂਲ ਨਹੀਂ ਹੈਗੇ। ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਚੀਜ਼ ਦੀ ਗਲਤ ਦੇਖਣ ਨੂੰ ਵੀ ਮਿਲੀ ਹੈ। ਪਰ ਹੁਣ ਆਓ ਕੰਮ ਦੀ ਗੱਲ ਕਰੀਏ। ਜੋ ਆਪਾਂ ਚਾਹੁੰਦੇ ਸੀ ਕਿ ਅਸੀਂ ਆਪਣੇ ਆਪ ਨੂੰ ਆਸਾਨ ਕਰਨ ਦੇ ਲਈ, ਹਰਮਾਈਟ ਨੇ ਆਪਣੇ ਆਪ ਨੂੰ ਈਜ਼ੀ ਕਰਨ ਦੇ ਲਈ, ਕਿਉਂਕਿ ਦੇਖੋ ਉਸਨੇ ਇੱਕ ਚੀਜ਼ ਨੂੰ ਛੱਡ ਦਿੱਤਾ, ਦੈਟ ਇਜ਼ ਔਡ ਪੋਲੀਨੋਮੀਅਲਸ ਵਿਚ ਇਜ਼ ਨਾਟ ਅਸੈਪਟੇਬਲ। ਉਸਨੇ ਜਦੋਂ ਈਵਨ ਦੇ ਨਾਲ ਕਰਕੇ ਸੋਲਿਊਸ਼ਨ ਕੱਢਿਆ ਤਾਂ ਇਕੁਏਸ਼ਨ ਨੰਬਰ 143 ਹੈ, ਜੋ ਕਿ ਨੂਮੈਰੀਕਲ ਪੁਆਇੰਟ ਆਫ ਵਿਊ ਨਾਲ ਵੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਨੂਮੈਰੀਕਲਸ ਦੇ ਵਿੱਚ ਇਹ ਇਕੁਏਸ਼ਨ ਯੂਜ਼ ਹੁੰਦੀ ਹੈ, ਦੈਟ ਇਜ਼ En = n + ½ h ਓਮੇਗਾ। ਔਰ ਬੇਟੇ ਇਹ ਐਨਰਜੀ ਹੈ ਇੱਕ ਤਰ੍ਹਾਂ ਦਾ ਜਿਹੜੀ ਤੁਹਾਡੀ ਸਿੰਪਲ ਹਾਰਮੋਨਿਕ ਔਸੀਲੇਟਰ ਦੀ ਬਣੀ ਹੈ। ਅਗਰ ਮੈਂ n ਦੀ ਵੈਲਿਊ 0 ਲੈ ਲਾਂਗਾ ਤਦ 0 + ½ h ਓਮੇਗਾ, ਮਤਲਬ ਕਿ 0 ਪੁਆਇੰਟ ਐਨਰਜੀ ਆ ਜਾਏਗੀ। ਤਾਈਓ ਕਿਹਾ ਗਿਆ ਹੈਗਾ ਕਿ 0 ਪੁਆਇੰਟ ਐਨਰਜੀ ਇਜ਼ ਨਾਟ 0, 0 ਪੁਆਇੰਟ ਐਨਰਜੀ ਇਜ਼ ਨਾਟ 0। ਤੁਸੀਂ ਵੈਸੇ ਵੀ ਇਹ ਚੀਜ਼ਾਂ ਸਟੈਟਿਸਟਿਕਸ ਦੇ ਵਿੱਚ ਵੀ ਦੇਖੀਆਂ ਹੈਗੀਆਂ, ਜਿੱਥੇ ਤੁਸੀਂ ਬੇਟੇ ਆਪਣਾ ਵਾਈਬ੍ਰੇਸ਼ਨਲ ਕੁਆਂਟਮ ਨੰਬਰ ਪੜ੍ਹਿਆ ਸੀ, ਵਾਈਬ੍ਰੇਸ਼ਨਲ ਮੋਸ਼ਨਸ ਪੜ੍ਹੇ ਸੀ, ਟਰਾਂਸਲੇਸ਼ਨ ਮੋਸ਼ਨ ਤੋਂ ਬਾਅਦ ਉੱਥੇ ਵੀ ਤੁਸੀਂ ਇਹ ਗੱਲ ਪ੍ਰੂਫ ਕੀਤੀ ਸੀ BSc ਵਿੱਚ ਕਿ ਅਗਰ v ਦੀ ਵੈਲਿਊ v ਇੱਕ ਇੰਟੀਜਰ ਹੈ 0 ਹੋ ਜਾਵੇ ਤਾਂ ½ h ਓਮੇਗਾ ਬਾਰ ਜਾਂ ½ h ਨਿਊ ਇਹਦੀ ਐਨਰਜੀ ਬਣ ਜਾਂਦੀ ਹੈ। ਔਰ ਮੋਟੇ ਤੌਰ 'ਤੇ ਦੇਖਿਆ ਜਾਵੇ ਇਹ ਗੱਲ ਕਲੈਰੀਫਾਈ ਹੋ ਗਈ ਸੀ ਸਾਇੰਟਿਸਟ ਨੂੰ ਕਿ 0 ਪੁਆਇੰਟ ਐਨਰਜੀ ਮੀਨਸ ਨਾਟ 0, ਇਟ ਇਜ਼ ਸਮਥਿੰਗ, ਸਮ ਵੈਲਿਊ ਇਜ਼ ਦੇਅਰ। ਸੋ ਇੱਥੋਂ ਦੀ ਇੱਕ ਬਹੁਤ ਵੱਡਾ, ਬਹੁਤ ਇੰਪੋਰਟੈਂਟ ਕੰਸੈਪਟ ਸਾਹਮਣੇ ਆਇਆ, ਦੈਟ ਇਜ਼ 0 ਪੁਆਇੰਟ ਐਨਰਜੀ। ਅਗਰ ਇਹ ਸਿੰਪਲ ਹਾਰਮੋਨਿਕ ਔਸੀਲੇਟਰ ਤੇ ਸ਼੍ਰੋਡਿੰਜਰ ਵੇਵ ਇਕੁਏਸ਼ਨ ਨਹੀਂ ਲਗਾਉਂਦੇ ਤਦ ਇਹ ਕੰਸੈਪਟ ਛੁਪਿਆ ਰਹਿ ਜਾਣਾ ਸੀ। ਸੋ ਇੱਕ ਬਹੁਤ ਵੱਡੀ ਦੇਣ ਇਸ ਟੌਪਿਕ ਤੋਂ ਬਾਹਰ ਆਈ, ਦੈਟ ਇਜ਼ 0 ਪੁਆਇੰਟ ਐਨਰਜੀ। ਤੇ 0 ਪੁਆਇੰਟ ਐਨਰਜੀ ਬਾਰੇ ਤਾਂ ਤੁਸੀਂ ਹੁਣ ਜਾਣ ਲਿਆ। ਹੁਣ ਤੁਸੀਂ ਅੱਗੇ ਦੇਖੋ ਕਿ ਹਰਮਾਈਟ ਨੇ ਕੀ ਕੀਤਾ, ਕਿਉਂਕਿ ਨੈਚੁਰਲੀ ਜਦੋਂ ਉਸਨੇ ਇਕੁਏਸ਼ਨ ਨੂੰ ਲਿਖਿਆ 0 ਪੁਆਇੰਟ ਦੇ ਵਿੱਚ ਤਦ ਉਸਨੇ 0 ਪੁਆਇੰਟ ਐਨਰਜੀ ਬੇਸਡ ਔਨ ਹਾਈਜ਼ਨਬਰਗ ਕੰਸੀਡਰ ਕੀਤੀ। ਦੇਖੋ ਬੇਟੇ ਨੈਚੁਰਲੀ ਇਹ ਅਨਸਰਟਨਟੀ ਪ੍ਰਿੰਸੀਪਲ ਨੂੰ ਵੀ ਐਪਲੀਕੇਬਲ ਹੋਏਗੀ, ਪਰ ਸਾਫ਼ ਲਿਖਿਆ the occurrence of 0 point energy is a manifestation of the Heisenberg uncertainty principle। ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਅਨਸਰਟਨਟੀ ਪ੍ਰਿੰਸੀਪਲ ਨੂੰ ਵਾਇਲੇਟ ਕਰੇਗੀ, ਕਿਉਂਕਿ ਸਾਫ਼ ਉਹਨੇ ਕਿਹਾ ਸੀ ਕਿ ਜਾਂ ਤਾਂ ਐਨਰਜੀ ਲੈ ਲਓ ਜਾਂ ਤਾਂ ਟਾਈਮ ਲੈ ਲਓ, ਜਾਂ ਤਾਂ ਲੀਨੀਅਰ ਮੋਮੈਂਟਮ ਲੈ ਲਓ ਜਾਂ ਤਾਂ ਪੋਜੀਸ਼ਨ ਲੈ ਲਓ, ਕਿਉਂਕਿ ਤੁਹਾਨੂੰ ਪਤਾ ਹੈਗਾ Δx × Δp greater or equal to h/2 और एनर्जी टाइम लूँगे ΔE × Δt greater or equal to h/2। h बार ਤੁਸੀਂ ਸਭ ਜਾਣਦੇ ਹੋ, h ਬਾਰ ਜਿਵੇਂ ਪਹਿਲਾਂ ਵੀ ਮੈਂ ਦੱਸਿਆ h/2 ਪਾਈ ਹੁੰਦਾ ਹੈ। ਤੇ ਬੇਟੇ ਆਓ ਆਪਾਂ ਹੁਣ ਅੱਗੇ ਚੱਲਦੇ ਆ 0 ਪੁਆਇੰਟ ਐਨਰਜੀ ਤੇ ਮੈਨੀਫੈਸਟੇਸ਼ਨ ਤੋਂ, ਹੀਜ਼ਨਬਰਗ ਅਨਸਰਟਨਟੀ ਤੋਂ। ਹੁਣ ਇਕੁਏਸ਼ਨ ਨੰਬਰ 143 ਤੇ 144 ਤਾਂ ਸਾਨੂੰ ਇਹ ਕਹਿ ਰਿਹਾ ਕਿ ਜੇ ਆਪਾਂ ਕੁਆਂਟਮ ਮਕੈਨੀਕਲ ਐਨਰਜੀ ਕੱਢੀਆਂ ਸ਼੍ਰੋਡਿੰਜਰ ਲਗਾ ਕੇ ਤਾਂ ਸਾਨੂੰ ਪਤਾ ਲੱਗਿਆ ਕਿ ਔਡ ਵੈਲਿਊ ਤੋਂ ਹਾਇਰ ਦੈਨ ਦੀ ਓਲਡ ਕੁਆਂਟਮ ਨੰਬਰਸ।
ओल्ड क्वांटम नंबर्स ਜਿਹੜੇ ਸੀ ਕਿ ਉਹ ਕੀ ਸੀ, ओल्ड क्लासिकल थ्योरी सी या ओल्ड क्वांटम नंबर सी जो कि उसने साफ कुछ वैल्यूज़ ਦਿੱਤੀਆਂ ਸੀ। ਐਕਚੁਅਲੀ ਤੁਹਾਨੂੰ ਮੈਂ ਹੁਣ ਕਲੀਅਰ ਕਰ ਦਿੰਦਾ ਕਿ ਜਿਹੜੀ ओल्ड क्वांटम थ्योरी ਸੀ ਉਹਦੇ ਵਿੱਚ क्लासिकल ਦੇ ਕਨਸੈਪਟਸ ਜ਼ਿਆਦਾ ਲੱਗਦੇ ਸੀ ਔਰ ਰੈਸਟੋਰਿੰਗ ਫੋਰਸ ਜ਼ਿਆਦਾ ਲੱਗਦੀ ਸੀ। ਉਹਦੇ ਵਿੱਚ ਦੋ ਗੱਲਾਂ ਨਹੀਂ ਸੈਪਰੇਟ ਕੀਤੀਆਂ ਗਈਆਂ ਸੀ, ਈਵਨ ਤੇ ਔਡ ਪੋਲੀਨੋਮੀਅਲਸ ਦੀਆਂ। ਮੇਰੇ ਕਹਿਣ ਦਾ ਮਤਲਬ ਬੇਟੇ ਸਿੱਧੇ ਭਾਵ ਨੇ ਕਿ ਉਹਦੇ ਵਿੱਚ ਆਪਣਾ ਹਾਰਮੋਨਿਕ ਤੇ ਨਾਨ ਹਾਰਮੋਨਿਕ ਵੇਵਸ ਨੂੰ ਵੀ ਸਿੰਪਲ ਹਾਰਮੋਨਿਕ ਮੰਨਿਆ ਗਿਆ ਸੀ। ਉਹਦੇ ਵਿੱਚ ਜ਼ਿਆਦਾ ਨਾਨ ਹਾਰਮੋਨਿਕ ਬਿਹੇਵੀਅਰਸ ਵੀ ਕੰਸੀਡਰ ਹੋ ਗਏ ਸੀ। ਅਤੇ ਨੈਚੁਰਲੀ ਜਿਵੇਂ ਕਿ ਹਰਮਾਈਟ ਪੋਲੀਨੋਮੀਅਲ ਆਪਾਂ ਦੇਖੀਏ, ਇਕੁਏਸ਼ਨ ਨੰਬਰ 145 ਇੱਕ ਤਰ੍ਹਾਂ ਦਾ ਹਰਮਾਈਟ ਪੋਲੀਨੋਮੀਅਲ ਇਸਨੇ ਲਿਖ ਦਿੱਤਾ। ਔਰ ਬੇਟੇ ਅਗਰ ਆਪਾਂ ਹਰਮਾਈਟ ਪੋਲੀਨੋਮੀਅਲ ਨੂੰ ਸੋਲਵ ਕਰੀਏ ਤਾਂ ਹਰਮੀਸ਼ੀਅਨ ਕੀ ਬਣਦਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹੈਗਾ। ਲੋਗਾਰੇ ਵੇਵ ਫੰਕਸ਼ਨ LAGUERRE ਲੋਗਾਰੇ ਪੋਲੀਨੋਮੀਅਲਸ ਅਤੇ ਹਰਮਾਈਟ ਪੋਲੀਨੋਮੀਅਲਸ ਬਹੁਤ ਈਜ਼ੀ ਨੇ ਅੰਡਰਸਟੈਂਡ ਕਰਨ ਨੂੰ। ਥੋੜ੍ਹੇ ਜਿਹੇ ਪਹਿਲੀ ਵਾਰ ਦੇਖਣ ਨੂੰ ਥੋੜ੍ਹੇ ਜਿਹੇ ਟਫ ਲੱਗਦੇ ਨੇ, ਅਦਰਵਾਈਜ਼ ਇਹਨਾਂ ਦੇ ਸੋਲਿਊਸ਼ਨਸ ਬੜੇ ਬਿਊਟੀਫੁਲ ਨੇ ਕਿਉਂਕਿ ਇੱਥੋਂ ਹੀ ਸਾਨੂੰ ਵੇਵਸ ਦੇ ਬਾਰੇ ਪੂਰੀਆਂ ਜਾਣਕਾਰੀਆਂ ਹੁੰਦੀਆਂ। ਜੇ ਆਪਾਂ ਰਿਸਰਚ ਪੁਆਇੰਟ ਆਫ ਵਿਊ ਨਾਲ ਸੋਚੀਏ, ਰਿਸਰਚ ਦੇ ਵਿੱਚ ਇਹਨਾਂ ਦੀ ਪੂਰੀ ਅਹਿਮੀਅਤ ਹੈ। ਕਿਹੜੀ ਵੇਵ ਕਿਵੇਂ ਮੂਵ ਕਰੇਗੀ, ਯੂ ਦੇ ਵਿੱਚ ਕਿੰਨੀ ਦੇਰ ਰਹੇਗੀ ਅਤੇ ਯੂ ਤੋਂ ਬਾਹਰ ਕਿੰਨਾ ਟਾਈਮ ਰਹੇਗੀ, ਹਾਰਮੋਨਿਕ ਅਤੇ ਨਾਨ ਹਾਰਮੋਨਿਕ ਬਿਹੇਵੀਅਰ ਇਹਨਾਂ ਪੋਲੀਨੋਮੀਅਲਸ 'ਤੇ ਹੀ ਡਿਪੈਂਡ ਕਰਦਾ ਹੈ। ਅਤੇ ਬੇਟੇ ਇਸ ਇਕੁਏਸ਼ਨ ਦੇ ਵਿੱਚ ਜਿਹੜੀ ਹਰਮਾਈਟ ਪੋਲੀਨੋਮੀਅਲਸ ਦੀ ਇਕੁਏਸ਼ਨ ਹੈ ਉਹਨੇ ਹਰਮੀਸ਼ੀਅਨ ਦੀ ਇੱਕ ਜਨਰਲ ਫੋਰਮ ਲਿਖ ਦਿੱਤੀ ਹੈ। ਅਗਰ ਤੁਸੀਂ ਵੈਲਿਊਜ਼ ਨੂੰ 0 ਪੁੱਟ ਕਰ ਦਿਓ 0 ਆਰਡਰ ਹੋ ਜਾਏਗਾ, 1 ਪੁੱਟ ਕਰ ਦਿਓ ਫਸਟ ਆਰਡਰ ਹੋ ਜਾਏਗਾ। ਜਨਰਲੀ ਆਪਾਂ 1 ਤੋਂ ਸ਼ੁਰੂ ਕਰਦੇ ਆ ਕਿਉਂਕਿ ਸਾਡੀਆਂ ਵੇਵਸ 1 2 3 4 ਪੋਲੀਨੋਮੀਅਲਸ ਦੇ ਬੇਸ 'ਤੇ ਹੁੰਦੀਆਂ ਹੈ। ਬੇਟੇ ਹੁਣ ਨੈਚੁਰਲੀ ਹੁਣ ਜਦੋਂ ਹਰਮਾਈਟ ਪੋਲੀਨੋਮੀਅਲ ਆ ਗਿਆ ਤਾਂ ਕਿਉਂ ਨਾ ਆਪਾਂ ਇਹਦੇ ਅਲੱਗ-ਅਲੱਗ ਹਰਮੀਸ਼ੀਅਨਸ ਲਿਖੀਏ। ਅਗਰ ਮੈਂ H ਜ਼ੈਟਾ ਇਜ਼ ਇਕੁਅਲ ਟੂ 1 ਲੈ ਰਿਹਾ ਜਾਂ H1 ਜ਼ੈਟਾ 2 ਜ਼ੈਟਾ ਲੈ ਰਿਹਾ, ਵੈਲਿਊਜ਼ ਪੁੱਟ ਕੀਤੀਆਂ ਤਾਂ ਮੇਰੇ ਕੋਲ ਇਕੁਏਸ਼ਨਸ ਇਹ ਬਣਦੀਆਂ ਜਾ ਰਹੀਆਂ। ਅਗਰ ਮੈਂ 0 ਲੈ ਰਿਹਾ ਹਰਮੀਸ਼ੀਅਨ 0 ਆਰਡਰ 'ਤੇ ਤਾਂ 1 ਹੈ, ਕੌਂਸਟੈਂਟ ਹੈ। ਮੈਂ ਦੱਸਿਆ ਨਾ ਤੁਹਾਨੂੰ ਪਹਿਲਾਂ ਵੀ ਕਿ ਵੇਵ ਨਹੀਂ ਬਣੀ ਪਰ ਕੌਂਸਟੈਂਟ ਆ ਗਿਆ। ਅਗਰ ਮੈਂ 1 ਲੈ ਲਿਆ H1 ਜ਼ੈਟਾ 2 ਜ਼ੈਟਾ, ਨੈਚੁਰਲੀ ਇੱਕ ਤਰ੍ਹਾਂ ਦਾ ਇਹ ਜਿਵੇਂ y ਇਜ਼ ਇਕੁਅਲ ਟੂ mx ਇੱਕ ਤਰ੍ਹਾਂ ਦਾ ਇਹ ਕਰਵ ਬਣਿਆ, ਪੋਲੀਨੋਮੀਅਲ ਬਣ ਗਿਆ। ਸਿਮਿਲਰਲੀ ਆਪਾਂ ਅੱਗੇ ਦੇਖੀਏ 2 ਲਿੱਤਾ 4 ਜ਼ੈਟਾ ਸਕੇਅਰ ਮਾਈਨਸ 2, ਅਗਰ 3 ਲਿੱਤਾ 8 ਜ਼ੈਟਾ ਕਿਊਬ ਮਾਈਨਸ 12 ਜ਼ੈਟਾ। ਸਿਮਿਲਰਲੀ ਬੇਟੇ ਮੈਂ ਅੱਗੇ ਗਿਆ 4 'ਤੇ, ਇਕੁਏਸ਼ਨ ਹੋਰ ਕੰਪਲੈਕਸ ਹੋ ਗਈ, 4th ਰੂਟ 'ਤੇ ਚਲੀ ਗਈ 147 ਨੰਬਰ ਇਕੁਏਸ਼ਨ ਦੇਖੋ, ਕਿਉਂਕਿ ਨੈਚੁਰਲੀ ਵੇਵਸ ਆਪਾਂ ਅਲੱਗ-ਅਲੱਗ ਸਟੱਡੀ ਕਰਦੇ ਹਾਂ। ਹੁਣ ਬੇਟੇ ਨੈਚੁਰਲੀ ਜਦੋਂ ਆਪਾਂ ਵੇਵ ਨੂੰ ਕੈਲਕੂਲੇਟ ਕਰ ਲਿਆ ਤਾਂ ਕਿਉਂ ਨਾ ਆਪਾਂ ਨੋਰਮਲਾਈਜ਼ਡ ਬਿਹੇਵੀਅਰ ਸ਼ੋ ਕਰੀਏ, ਕਿਉਂਕਿ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ, 2 ਹੱਥਾਂ ਨਾਲ ਵੱਜਦੀ ਹੈ। ਇਸ ਕਰਕੇ ਕੁਆਂਟਮ ਦੇ ਰੂਲ ਦੇ ਵਿੱਚ ਤੁਹਾਨੂੰ ਯਾਦ ਹੈ ਆਪਾਂ ਬੇਸਿਕ ਪੋਸਟੂਲੇਟਸ ਦੇ ਵਿੱਚ ਨੋਰਮਲਾਈਜ਼ਡ ਬਿਹੇਵੀਅਰ ਸ਼ੋ ਕੀਤਾ ਸੀ। ਸੋ ਬੇਟੇ ਇੱਕ ਇਹਨੇ ਸਾਈ ਲੈ ਲਿਆ ਬੇਸਡ ਔਨ ਹਰਮੀਸ਼ੀਅਨ, ਇੱਕ ਸਾਈ ਕੰਪਲੈਕਸ ਕੰਜੂਗੇਟ ਲੈ ਲਿਆ, ਉਸ ਨੂੰ -ਇਨਫੀਨਿਟੀ ਤੋਂ +ਇਨਫੀਨਿਟੀ 'ਤੇ ਇੰਟੈਗਰਲ ਕਰਕੇ ਇਜ਼ ਇਕੁਅਲ ਟੂ 1 ਲੈ ਲਿਆ ਅਤੇ ਨੋਰਮਲਾਈਜੇਸ਼ਨ ਕੌਂਸਟੈਂਟ ਕੱਢ ਲਿਆ। ਅਤੇ ਬੇਟੇ ਜਿਹੜਾ ਨੋਰਮਲਾਈਜੇਸ਼ਨ ਕੌਂਸਟੈਂਟ ਹੈ, ਕਿਉਂਕਿ ਵੇਵ ਫੰਕਸ਼ਨ 'ਤੇ ਬਾਹਲਾ ਫਰਕ ਨਹੀਂ ਪਏਗਾ, ਨੋਰਮਲਾਈਜੇਸ਼ਨ ਕੌਂਸਟੈਂਟ ਦੇ ਮੋਢਿਆਂ 'ਤੇ ਹੀ ਪੂਰਾ ਭਾਰ ਹੁੰਦਾ ਕਿਸੇ ਵੀ ਵੇਵ ਦੀ ਬਿਹੇਵੀਅਰ ਦਾ। ਅਗਰ ਤੁਸੀਂ ਫਿਗਰ ਨੰਬਰ 13 ਦੇਖੋ, ਬਹੁਤ ਇੰਪੋਰਟੈਂਟ ਹੈ। ਅਤੇ ਇੱਕ ਯੂ ਬਣਿਆ ਹੋਗਾ, ਯੂ ਤੋਂ ਕੁਛ ਵੇਵਸ ਬਾਹਰ ਹੈਗੀਆਂ। ਬੇਟੇ ਜਿਹੜੀਆਂ ਵੇਵਸ ਬਾਹਰ ਹੈਗੀਆਂ ਇਹ ਤੁਸੀਂ ਵੀ ਪੇਪਰ ਦੇ ਵਿੱਚ ਬਾਹਰ ਹੀ ਬਣਾਉਣੀਆਂ ਹੈਗੀਆਂ। ਤੁਸੀਂ ਇਹ ਨਾ ਸੋਚਣਾ ਕਿ ਹੋ ਸਕਦਾ ਉਹਨੇ ਕਾਲੀ ਦੇ ਵਿੱਚ, ਇਹ ਬਾਹਰ ਦਾ ਮਤਲਬ ਕੀ ਹੈ, ਇਹ ਨਾਨ ਹਾਰਮੋਨਿਕ ਬਿਹੇਵੀਅਰ ਹੈ। ਜਿਹੜੀਆਂ ਵੇਵਸ ਬਾਹਰ ਹੈਗੀਆਂ ਇਹ ਨਾਨ ਹਾਰਮੋਨਿਕ ਹੈ ਅਤੇ ਜਿਹੜੀਆਂ ਅੰਦਰ ਹੈਗੀਆਂ ਇਹ ਪੂਰੀਆਂ ਹਾਰਮੋਨਿਕ ਹੈ। ਔਰ ਨੈਚੁਰਲੀ ਤੁਸੀਂ ਜਾਣਦੇ ਹੋ
प्लस टू च भी पढ़िया किसी भी वेव फंक्शन का जो आप स्केयर कर देंगे आ स्केयर ऑफ नैगेटिव्स कम्स आउट टू बी पॉजिटिव तो ये की होया जिहड़ा नैगेटिव हैगा ये पॉजिटिव हो गया तो ये एक बहुत वड्डी देन एक बहुत वड्डा कंसैप्ट एक तो जीरो पॉइंट एनर्जी का कंसैप्ट इस कंसैप्ट चो निकलिया और एक ये चीज़ सामने आई कि बई बहुत वधिया चीज़ सामनू कंसीडर हो रही है कि एक वेव पहला नॉन हारमोनिक है फिर जो यू के अंदर आई हारमोनिक है फिर यू तो बाहर चली गई फिर नॉन हारमोनिक है। अगर तुसी नीचे वाले पॉलीनोमियल्स देखो 0 1 2 3 छोटे वाले पॉलीनोमियल ज़्यादातर हारमोनिक बिहेवियर है। ज्यों ज्यों बेटे आपां उपर गए तद की होया जिहड़ा पॉलीनोमियल है ज़्यादा नॉन हारमोनिक हो गया। एक बेटे कंसैप्ट होर सामने आया क्वांटम मैकेनिकल टनलिंग। ठीक है, क्वांटम मैकेनिकल टनलिंग का मतलब की हुंदा कि जिहड़ा इलैक्ट्रॉन है ये मूव करता है। फॉर एग्जांपल तुसी एक कंसैप्ट ऑर्गेनिक दे विच पढ़िया सी कि कैरट रैड कलर की क्यों हुंदी है। तुसी उहदे विच दिखाया कि किन्ने सारे आल्टरनेटिव डबल बॉन्ड्स होंदे ने जो पाई बॉन्ड मूव करता है इलैक्ट्रॉन पाई का बॉन्ड बेटे मूव कर ही नहीं सकता। पाई दे विच कौन मूव करता इलैक्ट्रॉन्स मूव करते हैं क्योंकि डबल बॉन्ड का मतलब की हैगा इलैक्ट्रॉन्स। सिंगल बॉन्ड का मतलब भी इलैक्ट्रॉन होता। पाई मतलब साइड वाइज ओवरलैपिंग ना बनी हुई और मैं रेजोनेंस की कंसैप्ट की गल कर रहा। जो इलैक्ट्रॉन मूव किए उहदे नाल की होया रेजोनेंस हुई। मैं कैरट का कलर रैड होने का कारण दस रहा। मैकेनिकल टनलिंग है क्वांटम मैकेनिकल टनलिंग है कि इलैक्ट्रॉन एक डबल बॉन्ड तो दूजे ते अल्टरनेटिव ते गए तो नतीजा की होया एनर्जी बहुत घट गई तो वेवलेंथ वध गई। और जे तुसी विबग्योर देखो वायलट इंडिगो ब्लू ग्रीन येलो ऑरेंज रैड 400 तो 750 नैनोमीटर है और इट मीनस सब तो ज़्यादा इन्हां दी वेवलेंथ आ गई दैट इज़ 750 नैनोमीटर। सो क्वांटम मैकेनिकल इफैक्ट भी क्वांटम मैकेनिकल टनलिंग इफैक्ट भी एक बहुत वड्डी तीसरी देन सी इस कंसैप्ट की। हाँ जी बेटे हुण लास्ट स्लाइड पर आ जाओ अपनी जो ये स्लाइड कह रही हैगी है तुहानू क्योंकि नैचुरली प्रोबेबिलिटी का बहुत बड़ा फैक्टर होंदा है कि क्योंकि नैचुरली टनलिंग हो रही है जिमें अपना पंजाब चो लोग कैनेडा टनल हो रहे हैं उसी तरह इलैक्ट्रॉन जिहड़ा हैगा टनल कर रहे हैं। कई बार बेटे की हुंदा है टनल करदा करदा अपने लैवल्स भी चेंज कर लैंदा है और असी ये देखना चाहते हैं कि प्रोबेबिलिटी की है। प्रोबेबिलिटी का अगर मैथेमैटिक्स देखिए जिमें आप कहते हैं कि साढ़े 100 विचों 40 नंबर आए परसेंटेज कढ़ देंगे 40 डिवाइडेड बाय 100 या ये कह लो कि मैं मेरे को एक सिक्का है मैं उसनू उछालिया हैड कितनी बार आएगा टेल कितनी बार आएगा 1/2 क्योंकि नैचुरली दोनों के पूरे पूरे चांस ने हाफ हाफ। सिमिलरली इन्हें प्रोबेबिलिटी कड्डी है तो प्रोबेबिलिटी दे अलग अलग कंसीडरेशन की है तो इसने भी वही गल की है कि अगर मैं स्केयर करता हैगा तो मैनू अच्छा रिजल्ट मिलता एज़ कंपेयर टू साई लैन देना। दूसरा अगर मैं एन की वैल्यू 0 पुट करदा वो कि उसका जीरो पॉइंट एनर्जी मेरे को सामने आ रही है। जबकि बेटे डिफरेंस की आ कह रहा क्लैसिकल मैकेनिक्स प्रेडिक्ट दैट 0 पॉइंट एनर्जी ऑफ द ऑसीलेटर इज़ 0। इत्थे आके क्लासिकल क्वांटम थ्योरी जिहड़ी क्लासिकल मैकेनिक्स वो फेल हो गई क्योंकि उन्हें 0 किया सी वेयर एज क्वांटम मैकेनिक्स प्रेडिक्ट दैट द 0 पॉइंट एनर्जी इज़ नॉन ज़ीरो इन नेचर। So the occurrence of 0 point energy is consistent with the Heisenberg uncertainty principle. That is impossible. It is impossible to measure simultaneously both the position and momentum or energy or time of an electron with great accuracy. Right? तो बेटे इस दा आपां नटशैल की कढ़िया कि जिहड़ी अपनी ये इक्वेशन है एप्लीकेशन है एक बड़ी अच्छी सिंपल हारमोनिक ऑसीलेटर
ਐਪਲੀਕੇਸ਼ਨ ਹੈ ਸ਼੍ਰੋਡਿੰਜਰ ਵੇਵ ਇਕੁਏਸ਼ਨ ਦੀ, ਇਸ ਨੇ ਸਾਨੂੰ ਇੱਕ 0 ਪੁਆਇੰਟ એનર્ਜੀ ਦਾ ਕੰਸੈਪਟ ਦਿੱਤਾ, ਦੂਸਰਾ ਸਾਨੂੰ ਕੰਸੈਪਟ ਦਿੱਤਾ ਮੈਕੈਨੀਕਲ ਟਨਲਿੰਗ ਦਾ, ਜੋ ਕਿ ਬਹੁਤ ਇੰਪੋਰਟੈਂਟ ਸੀ। ਸੋ ਬੇਟੇ ਇਸ ਨੂੰ ਗੋ ਥਰੂ ਕਰ ਲਓ, ਕੋਈ ਵੀ ਕੁਐਸਚਨ ਆਇਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਪੁੱਛ ਲੈਣਾ। ਥੈਂਕ ਯੂ ਵੈਰੀ ਮੱਚ।